ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੈਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਪਰਡਿਊ ਫਾਰਮਾ ਕੈਨੇਡਾ ਦੇ ਵੱਲੋਂ ਹੋਈ $150 ਮਿਲੀਅਨ ਦੀ ਸੈਟਲਮੈਂਟ। ਸਰਕਾਰੀ ਹੈਲਥ ਖਰਚਿਆਂ ਦੇ ਸੰਬੰਧੀ ਕੈਨੇਡੀਅਨ ਇਤਿਹਾਸ ਦਾ ਸਭ ਤੋਂ ਵੱਡਾ ਫੈਸਲਾ। ਬਾਬਾ ਨਾਨਕ ਦੇ ਨਾਮ ਤੇ ਸੜਕ ਬਣਾਉਣ ਦੀ ਸਿਟੀ ਕੌਂਸਲ ਦੇ ਵੱਲੋਂ ਮਿਲੀ ਮਨਜ਼ੂਰੀ। ਪਿਟਸ ਦੇ ਸੀਨੀਅਰ ਹੋਮ ਸੈਂਟਰ ਦਾ ਗੁਰੂ ਨਾਨਕ ਵਿਲੇਜ ਵੇ ਹੋਵੇਗਾ ਨਾਮ। ਸਾਰੀ ਸਿਟੀ ਦਾ ਚੋਣ ਮੈਨੀਫੈਸਟੋ ਕਿਹੜੇ ਮੁੱਦਿਆਂ ਤੇ ਰਹੇਗਾ ਫੋਕਸ। ਗੈਰ ਕਾਨੂੰਨੀ ਕੰਸਟਰਕਸ਼ਨ ਨੂੰ ਰੋਕਣ ਦੇ ਲਈ ਨਵੇਂ ਸਖਤ ਕਿਹੜੇ ਨਿਯਮ। ਜਿਹਦੇ ਖਬਰਾਂ ਵਿਸਥਾਰ ਦੇ ਨਾਲ। ਔਰ ਸਭ ਤੋਂ ਪਹਿਲਾਂ ਦੱਸਦੇ ਕਿ ਫੈਡਰਲ, ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਸਰਕਾਰਾਂ ਦੀ ਪਰਡਿਊ ਫਾਰਮਾ ਕੈਨੇਡਾ ਦੇ ਨਾਲ $150 ਮਿਲੀਅਨ ਦੀ ਸੈਟਲਮੈਂਟ ਹੋਈ ਹੈ। BC ਦੇ ਅਟਾਰਨੀ ਜਨਰਲ ਡੇਵਿਡ ਈਬੀ ਦੇ ਵੱਲੋਂ ਇਸ ਸੰਬੰਧੀ ਐਲਾਨ ਕੀਤਾ ਗਿਆ ਹੈ ਕਿ ਪਰਡਿਊ ਫਾਰਮਾ ਕੈਨੇਡਾ ਦੇ ਨਾਲ $150 ਮਿਲੀਅਨ ਦੀ ਜਿਹੜੀ ਹੈ ਉਹ ਸੈਟਲਮੈਂਟ ਕਰ ਰਿਹਾ ਹੈ। ਈਬੀ ਨੇ ਵੀ ਦੱਸਿਆ ਕਿ ਇਹ ਫੈਸਲਾ ਸਰਕਾਰੀ ਹੈਲਥ ਕੇਅਰ ਖਰਚਿਆਂ ਸੰਬੰਧੀ ਕੈਨੇਡੀਅਨ ਇਤਿਹਾਸ ਦਾ ਸਭ ਤੋਂ ਵੱਡਾ ਸੈਟਲਮੈਂਟ ਹੈ। ਉਹਨਾਂ ਕਿਹਾ ਹੈ ਕਿ ਇਸ ਦੇ ਲਈ ਕੈਨੇਡਾ ਦੇ ਵਿੱਚ ਵੱਖੋ ਵੱਖਰੀਆਂ ਸਰਕਾਰਾਂ ਨੇ ਸਹਿਮਤੀ ਵੀ ਜ਼ਾਹਰ ਕੀਤੀ ਹੈ ਤੇ ਇਸ ਮਾਮਲੇ ਦੇ ਵਿੱਚ BC ਦੇ ਵੱਲੋਂ ਸਾਲ 2018 ਦੇ ਵਿੱਚ ਕਲਾਸ ਸੈਕਸ਼ਨ ਮੁਕੱਦਮਾ ਜਿਹੜਾ ਹੈ ਉਹ ਠੋਕਿਆ ਗਿਆ ਸੀ। ਇੱਕ ਪ੍ਰਮੁੱਖ ਓਪੀਓਇਡ ਨਿਰਮਾਤਾ ਨੇ BC ਦੀ ਅਗਵਾਈ ਦੇ ਵਿੱਚ ਇੱਕ ਕਾਨੂੰਨੀ ਲੜਾਈ ਵਿੱਚ $150 ਮਿਲੀਅਨ ਦਾ ਨਿਪਟਾਰਾ ਕੀਤਾ ਹੈ। ਜੀ ਹਾਂ, BC ਦੇ ਅਟਾਰਨੀ ਜਨਰਲ ਡੇਵਿਡ ਈਬੀ ਨੇ ਐਲਾਨ ਕੀਤਾ ਹੈ ਕਿ ਪਰਡਿਊ ਫਾਰਮਾ ਕੈਨੇਡਾ ਦੇ ਨਾਲ $150 ਮਿਲੀਅਨ ਦੀ ਸੈਟਲਮੈਂਟ ਹੋ ਗਈ ਹੈ। ਮਾਮਲਾ ਓਪੀਓਇਡ ਆਧਾਰਿਤ ਦਰਦ ਲਈ ਵਰਤੀ ਜਾਣ ਵਾਲੀ ਮੈਡੀਕੇਸ਼ਨ ਦੀ ਵਿਕਰੀ ਤੇ ਮਾਰਕੀਟਿੰਗ ਤੇ ਆਏ ਹੈਲਥ ਕੇਅਰ ਖਰਚਿਆਂ ਦੀ ਰਿਕਵਰੀ ਦੇ ਨਾਲ ਸੰਬੰਧਿਤ ਹੈ। ਡੇਵਿਡ ਈਬੀ ਨੇ ਕਿਹਾ ਹੈ ਕਿ BC ਵੱਲੋਂ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰਾਂ ਨਾਲ ਮਿਲ ਕੇ ਕੰਮ ਕੀਤਾ ਜਾਏਗਾ ਤਾਂ ਜੋ ਇਸ ਪੈਸੇ ਦੀ ਵੰਡ ਸੰਬੰਧਿਤ ਫੈਸਲਾ ਕੀਤਾ ਜਾ ਸਕੇ। ਕੰਪਨੀ ਦੇ ਡਰੱਗ ਸੰਬੰਧੀ ਹਰ ਸੂਬੇ ਤੇ ਪਏ ਪ੍ਰਭਾਵ ਅਨੁਸਾਰ ਪੈਸੇ ਦੀ ਵੰਡ ਦੀ ਗੱਲ ਆਖੀ ਗਈ ਹੈ, ਜਿਸ ਦੇ ਨਾਲ ਇਹ ਕੈਨੇਡੀਅਨ ਇਤਿਹਾਸ ਦੇ ਵਿੱਚ ਸਰਕਾਰੀ ਸਿਹਤ ਦਾਅਵਿਆਂ ਦਾ ਸਭ ਤੋਂ ਵੱਡਾ ਨਿਪਟਾਰਾ ਬਣ ਗਿਆ ਹੈ। ਪਰਡਿਊ ਫਾਰਮਾ ਨਾਲ ਹੋਏ ਸਮਝੌਤੇ ਦੇ ਵੇਰਵਿਆਂ ਦਾ ਬੁੱਧਵਾਰ ਸਵੇਰੇ BC ਅਟਾਰਨੀ ਜਨਰਲ ਡੇਵਿਡ ਈਬੀ ਨੇ ਦੱਸਿਆ ਹੈ। BC ਪੈਸੇ ਨੂੰ ਵੰਡਣਾ ਕਿਵੇਂ ਹੈ ਤੇ ਇਹ ਨਿਰਧਾਰਿਤ ਕਰਨ ਦੇ ਲਈ ਫੈਡਰਲ ਸਰਕਾਰ ਤੇ ਹੋਰ ਸੂਬਿਆਂ ਤੇ ਪ੍ਰਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰੇਗੀ। Today, thanks to BC's leadership, on behalf of all Canadian provinces, territories, and the federal government, I can announce that we've reached a $150 million settlement with Purdue Pharma Canada. This is the largest settlement of a governmental healthcare cost claim in Canadian history. The Purdue settlement will pave the way for future settlements in the ongoing litigation against other manufacturers and distributors of opioid products, as well as their consultants. The proposed settlement has been agreed to by all governments across Canada and will be put before the courts for approval. I want to take a moment to say that no amount of money will bring back those who we have lost to overdose. However, this settlement provides a significant recovery in lieu of lawsuits or the uncertainty of bankruptcy claims. It offers finality for government and for Purdue Canada. This unprecedented settlement was made possible by the cooperation and concerted action of Canadian governments across the country, all of which share a desire to abate the opioid epidemic. Holding multinational pharmaceutical companies and their consultants to account for their role in this public health emergency. ਏਬੀ ਦਾ ਕਹਿਣਾ ਹੈ ਕਿ ਇਹ ਰਕਮ ਸਰਕਾਰਾਂ ਦੁਆਰਾ ਕੀਤੇ ਗਏ ਸਿਹਤ ਦੇਖ-ਰੇਖ ਦੇ ਖਰਚਿਆਂ ਦੇ ਸਬੰਧ ਵਿੱਚ ਸੂਬੇ ਤੇ ਖੇਤਰ ਦੁਆਰਾ ਪਰਡਿਊ ਦੀਆਂ ਕਾਰਵਾਈਆਂ ਤੇ ਪ੍ਰਭਾਵ ਤੇ ਆਧਾਰਿਤ ਹੋਵੇਗਾ। ਹਾਲਾਂਕਿ ਏਬੀ ਦਾ ਕਹਿਣਾ ਹੈ ਕਿ ਜਿਨ੍ਹਾਂ ਪਰਿਵਾਰਾਂ ਨੇ ਸੰਕਟ ਵਿੱਚ ਆਪਣੇ ਅਜ਼ੀਜ਼ਾਂ ਨੂੰ ਗਵਾ ਦਿੱਤਾ ਹੈ, ਉਹਨਾਂ ਨੂੰ ਸਿੱਧੇ ਤੌਰ ਤੇ ਵਿੱਤੀ ਇੰਤਜ਼ਾਮ ਦਾ ਕੋਈ ਹਿੱਸਾ ਨਹੀਂ ਮਿਲੇਗਾ। ਇਹ ਪੈਸਾ ਓਪੀਓਇਡ ਮਹਾਮਾਰੀ ਨਾਲ ਲੜਨ ਲਈ ਸੂਬਾਈ ਪ੍ਰੋਗਰਾਮਾਂ ਦਾ ਸਮਰਥਨ ਕਰਨ ਲਈ ਜਾ ਰਿਹਾ ਹੈ। ਮਾਨਸਿਕ ਸਿਹਤ ਤੇ ਨਸ਼ਾਖੋਰੀ ਮੰਤਰੀ ਨੇ ਇਸ ਨੂੰ ਮਹੱਤਵਪੂਰਨ ਦੱਸਿਆ। So the $150 million is a global settlement amount for Canada. We'll be working with the other provinces and the federal government on a principled division of that settlement amount based on the impact of Purdue's actions in each province and territory. The money in the claim was in relation to healthcare costs incurred by provincial governments. And I can commit to families and to individuals affected by the overdose crisis, whether because they lost a loved one or they're struggling with addiction themselves, that the money will be going to supporting provincial programs to fight the opioid epidemic that we believe Purdue's actions contributed through their deceptive marketing. ਇਹ ਪੁੱਛੇ ਜਾਣਤੇ ਕਿ ਇਹ ਰਕਮ ਜ਼ਿਆਦਾ ਕਿਉਂ ਨਹੀਂ ਹੈ, ਕਿਉਂਕਿ
ਇਕੱਲੇ ਸੂਬੇ ਵਿੱਚ ਹੀ ਸਿਹਤ ਦੇਖ ਰੇਖ ਦੇ ਖਰਚੇ ਦਾ ਅੰਦਾਜ਼ਾ ਅਰਬਾਂ ਵਿੱਚ ਹੈ ਤਾਂ ਈਬੀ ਨੇ ਕਿਹਾ ਹੈ ਕਿ ਸੂਬੇ ਵਿੱਚ ਸਥਿਤੀ ਨੇ ਇਸ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ BC ਪੋਰਟਗਿਊ ਫਾਰਮਾ ਦੇ US ਦਿਵਾਲਿਆਪਨ ਦੇ ਦਾਅਵਿਆਂ ਵਿੱਚ ਅਸੁਰੱਖਿਅਤ ਲੈਣਦਾਰ ਦੇ ਰੂਪ ਦੇ ਵਿੱਚ ਹੋਰ ਦਾਅਵਿਆਂ ਦੇ ਨਾਲ ਗਰੁੱਪ ਕੀਤੇ ਜਾਣ ਦਾ ਖਤਰਾ ਹੈ, ਜਿਸ ਦੇ ਨਤੀਜੇ ਵਜੋਂ BC ਕਾਫੀ ਘੱਟ ਸਨਮਾਨਿਤ ਕੀਤਾ ਜਾ ਰਿਹਾ ਹੈ। ਈਬੀ ਨੇ ਕਿਹਾ ਹੈ ਕਿ ਇਹ ਰਕਮ ਟੈਕਸ ਦਾਤਾਵਾਂ ਨੂੰ ਉਹਨਾਂ ਦੇ ਖਰਚਿਆਂ ਲਈ ਪੂਰੀ ਤਰ੍ਹਾਂ ਮੁਆਵਜ਼ਾ ਨਹੀਂ ਦੇਵੇਗੀ, ਜਿਸ ਮੁਤਾਬਕ ਨਤੀਜੇ ਆਏ ਨੇ। Yes, so there are a couple of components to this. The claims for the impacts of the opioid epidemic on our healthcare system and healthcare costs incurred by provinces in responding to this are very significant and likely in the billions of dollars. In the United States, the claims amount to trillions of dollars and have resulted in the bankruptcy of Purdue's arm in the United States. We face the possibility of being grouped into a number of unsecured creditor claims in that bankruptcy proceeding in the United States, where the full amount available to the entire group is $15 million. And we know of Canadian class actions that are grouped there currently. Because of British Columbia's actions, we were able to avoid the specter of Purdue liquidating their Canadian operations to pay American claims and being limited to essentially $0 as an unsecured creditor in a US bankruptcy proceeding. So in that respect, this is a remarkable accomplishment for British Columbia and all the provinces in Canada to ensure that Canadians see some proceeds from Purdue's actions in deceptively marketing. So the flip side of it, though, of course, is that in terms of the misery suffered by families and individuals grappling with addiction, seeing overdose, no amount of money is going to be sufficient. And certainly compared to the expense incurred by our province and provinces across Canada, this amount is not going to fully compensate taxpayers for the expenses that have resulted. But I also want to point out that this is just the beginning of our class action work, that there are many manufacturers and distributors, as well as their consultants, that remain named in the litigation, and they are on notice by this settlement that we will be pursuing them aggressively. ਪਰਡਿਊ ਕੈਨੇਡਾ BC ਦੁਆਰਾ ਸ਼ੁਰੂ ਕੀਤੀ ਗਈ ਕਲਾਸ ਐਕਸ਼ਨ ਨਾਮੀ 40 ਤੋਂ ਵੱਧ ਹੋਰ ਕੰਪਨੀਆਂ ਵਿੱਚੋਂ ਇੱਕ ਹੈ, ਜੋ 2018 ਦੇ ਵਿੱਚ ਸਾਰੀਆਂ ਸੰਘੀ ਸੂਬਾਈ ਤੇ ਖੇਤਰੀ ਸਰਕਾਰਾਂ ਦੇ ਵੱਲੋਂ ਲਾਂਚ ਕੀਤੀ ਗਈ। ਪਰਡਿਊ ਕੈਨੇਡਾ ਸੈਟਲਮੈਂਟ ਤੋਂ ਇਲਾਵਾ BC ਦੇ ਵਿੱਚ ਆਪਣੀ ਕਲਾਸ ਐਕਸ਼ਨ ਮੁਕੱਦਮੇ ਨੂੰ ਪ੍ਰਮਾਣਿਤ ਕਰਨ ਲਈ BC ਦੀ ਅਰਜ਼ੀ ਸੁਪਰੀਮ ਕੋਰਟ ਤੇ ਫਾਲ ਦੌਰਾਨ 2023 ਲਈ ਤੈਅ ਕੀਤੀ ਗਈ ਹੈ। ਸੂਬੇ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਇਹ ਸਿਹਤ ਸੰਭਾਲ ਦੇ ਖਰਚਿਆਂ ਦੀ ਵਸੂਲੀ ਲਈ ਹੋਰ ਸੈਟਲਮੈਂਟਾਂ ਦਾ ਦਰਵਾਜ਼ਾ ਖੋਲ੍ਹ ਸਕਦਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਪਿਕ ਸੁਸਾਇਟੀ ਨੇ ਇੱਕ ਸੀਨੀਅਰ ਹੋਮ ਦਾ ਨਾਂ ਗੁਰੂ ਨਾਨਕ ਵਿਲੇਜ ਦੇ ਉੱਤੇ ਰੱਖਣਾ ਹੈ ਤੇ ਹੁਣ ਇਸ ਦੇ ਉੱਤੇ 175 ਏ ਸਟਰੀਟ ਦੇ ਉੱਤੇ ਯਾਨੀ 6400 ਬਲਾਕ ਦੇ ਵਿੱਚ ਇਹ ਸਟਰੀਟ ਦਾ ਨਾਂ ਵੀ ਗੁਰੂ ਨਾਨਕ ਵਿਲੇਜ ਵੇ ਰੱਖਣ ਦੀ ਮਨਜ਼ੂਰੀ ਸਿਟੀ ਕੌਂਸਲ ਦੇ ਵੱਲੋਂ ਮਿਲ ਚੁੱਕੀ ਹੈ, ਜਿਸ ਦੇ ਵਿੱਚ ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ ਜਿਹੜਾ ਹੈ ਉਹ ਸਟਰੀਟ ਸਾਈਨ ਲਗਾਇਆ ਜਾਏਗਾ। ਪਿਕਸ ਨੇ ਹਾਲਾਂਕਿ ਪਹਿਲਾਂ ਵੀ ਗੁਰੂ ਨਾਨਕ ਨਿਵਾਸ ਨਾਂ ਪਹਿਲਾਂ ਰੱਖਿਆ ਹੋਇਆ ਹੈ ਤੇ ਡਾਇਵਰਸਿਟੀ ਦੀ ਇਹ ਬਹੁਤ ਹੀ ਚੰਗੀ ਤੇ ਖੂਬਸੂਰਤ ਗੱਲ ਕਹੀ ਜਾ ਰਹੀ ਹੈ ਕਿ ਇਹ ਫੈਸਲਾ ਹੋਇਆ ਹੈ, ਜਿਸ ਦੇ ਨਾਲ ਖਾਸ ਕਰਕੇ ਪੰਜਾਬੀ ਭਾਈਚਾਰਾ ਵੀ ਕਾਫੀ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਿਹਾ ਹੈ। ਪਹਿਲਾਂ ਹੀ ਪਿਕਸ 올ਡ ਏਜ ਹੋਮ ਲੰਘਣ ਵਾਲੇ ਲੋਕ ਜਾਣਦੇ ਨੇ ਕਿ ਉਸ ਸਟਰੀਟ ਦੇ ਉੱਤੇ ਵੀ ਕਾਮਾਘਾਟਾ ਮਾਰੂ ਦਾ ਜਿਹੜਾ ਨਾਮ ਉਕਰਿਆ ਹੋਇਆ ਹੈ। ਇਸ ਦੇ ਉੱਤੇ ਸਿਟੀ ਕੌਂਸਲਰ ਮਨਦੀਪ ਨਾਗਰਾ ਨੇ ਵੀ ਆਪਣੀ ਪ੍ਰਤੀਕਿਰਿਆ ਰੱਖੀ। ਵੈਲ ਇਹ ਮੰਡੇ ਨਾਈਟ ਜਿਹੜੀ ਕਾਊਂਸਲ ਸੀਗੀ ਉਹਦੇ ਵਿੱਚ ਅਪਰੂਵ ਹੋਇਆ ਸੀਗਾ ਜਿਹੜੀ 175 ਏ ਸਟਰੀਟ ਹੈ ਜਿੱਥੇ ਨਵੀਂ ਪਿਕਸ ਦੀ ਫੈਸਿਲਿਟੀ ਬਣ ਰਹੀ ਹੈ। ਪਿਕਸ ਉਹ ਸੁਸਾਇਟੀ ਹੈ ਜਿਹੜੀ ਸਾਡੇ ਸੀਨੀਅਰਸ ਦੀ ਦੇਖਭਾਲ ਪਿਛਲੇ ਬਹੁਤ ਡੈਕੇਡਸ ਤੋਂ ਦੋ ਤਿੰਨ ਡੈਕੇਡਸ ਤੋਂ ਕਰ ਰਹੇ ਨੇ। ਸਾਡੇ ਅਸਿਸਟੈਂਟ ਲਿਵਿੰਗ ਆ, ਸੀਨੀਅਰਸ ਉੱਥੇ ਰਹਿ ਰਹੇ ਨੇ, ਉਹ ਬਹੁਤ ਇੰਜੋਏ ਕਰਦੇ ਨੇ ਉਹ ਫੈਸਿਲਿਟੀਜ਼ ਜਿਹੜੀ 75 ਏ ਤੇ ਸਕਾਟ ਰੋਡ 'ਤੇ ਲਾਗੇ ਹੈਗੀ ਆ। ਨਵੀਂ ਫੈਸਿਲਿਟੀ ਬਣ ਰਹੀ ਆ, ਸੋ ਉਹਨਾਂ ਦੀ ਇੱਕ ਡਿਮਾਂਡ ਸੀ ਕਿ ਜਿਹੜੀ ਉਹ ਸਟਰੀਟ 'ਤੇ ਫੈਸਿਲਿਟੀ ਬਣ ਰਹੀ ਆ 175 ਏ ਨਾਰਥ ਵੈਸਟ ਕਾਰਨਰ ਹੈਗਾ ਜਿਹੜਾ ਮੇਨ ਇੰਟਰਸੈਕਸ਼ਨ 64th ਐਵਨਿਊ ਐਂਡ 176 ਦਾ। ਸੋ ਉੱਥੇ 175 ਏ ਸਟਰੀਟ ਦਾ ਜਿਹੜਾ ਨਾਂ ਆ ਗੁਰੂ ਨਾਨਕ ਵਿਲੇਜ ਵੇ ਰੱਖਿਆ ਜਾਏਗਾ ਅਤੇ ਪੰਜਾਬੀ ਐਂਡ ਇੰਗਲਿਸ਼ ਦੇ ਵਿੱਚ ਦੋਨੋਂ 'ਚ ਸਾਈਨ ਲੱਗਣਗੇ। ਸੋ ਕਮਿਊਨਿਟੀ ਵੱਲੋਂ ਬਹੁਤ ਚੰਗਾ ਰਿਸਪੌਂਸ ਮਿਲਿਆ, ਸਾਰਿਆਂ ਨੇ ਬੜਾ ਲਾਈਕ ਕੀਤਾ ਕਿ ਜਿੱਥੇ ਇੱਕ ਸਾਡੇ ਸੀਨੀਅਰਸ ਨੂੰ ਸਾਂਭਣ ਵਾਸਤੇ ਇੱਕ ਫੈਸਿਲਿਟੀ ਮਿਲ ਰਹੀ ਆ, ਨਾਲ ਦੇ ਨਾਲ ਉੱਥੇ ਪੰਜਾਬੀ ਦੇ ਵਿੱਚ ਸਾਈਨ ਲੱਗ ਰਹੇ ਨੇ, ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਸਾਈਨ ਲੱਗ ਰਹੇ ਨੇ। ਸੋ ਬਹੁਤ ਚੰਗਾ ਰਿਸਪੌਂਸ ਜਿਹੜਾ ਕਮਿਊਨਿਟੀ ਦਾ ਮਿਲਿਆ।
ਕੈਨੇਡਾ ਦੇ ਸਭ ਤੋਂ ਜ਼ਿਆਦਾ ਬਿਜ਼ੀ ਰਹਿਣ ਵਾਲੇ 에ਅਰਪੋਰਟਾਂ ਦੇ ਉੱਤੇ ਲੰਬੀ ਦੇਰੀ ਦੇਖੀ ਗਈ ਹੈ ਤੇ ਪਿਛਲੇ ਕਈ ਹਫ਼ਤਿਆਂ ਤੋਂ ਇਹੀ ਪ੍ਰਕਿਰਿਆ ਚੱਲ ਰਹੀ ਹੈ ਕਿ ਕਈ ਉਡਾਨਾਂ ਰੱਦ ਹੋਈਆਂ ਤੇ ਕਈਆਂ 'ਚ ਦੇਰੀ ਹੋਈ। ਇਸ ਡੇਟਾ ਦੇ ਮੁਤਾਬਕ 54% ਦੀ ਜਿਹੜੇ 6 ਵੱਡੇ 에ਅਰਪੋਰਟ ਉਡਾਨਾਂ ਦੇ ਵਿੱਚ 22 ਤੋਂ 28 ਜੂਨ ਦੇ ਵਿਚਕਾਰ ਨਿਰਧਾਰਤ ਸਮੇਂ ਤੋਂ ਬਾਹਰ ਜਿਹੜੀਆਂ ਨੇ ਉਡਾਨਾਂ ਗਈਆਂ ਔਰ ਲਗਭਗ 38% ਦੀ ਉਡਾਨਾਂ ਦੇਰੀ ਦੇ ਨਾਲ ਚੱਲੀਆਂ, ਜਦੋਂ ਕਿ 16% ਨੂੰ ਪੂਰੀ ਤਰ੍ਹਾਂ ਦੇ ਨਾਲ ਰੱਦ ਹੀ ਕਰ ਦਿੱਤਾ ਗਿਆ। ਆਓ ਦੇਖਦੇ ਹਾਂ ਇੱਕ ਰਿਪੋਰਟ ਤੇ ਨਜ਼ਰ। ਇੱਕ ਵਿਸ਼ਲੇਸ਼ਣ ਫਰਮ ਦਾ ਕਹਿਣਾ ਹੈ ਕਿ ਕੈਨੇਡਾ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਲਈ ਜ਼ਿਆਦਾਤਰ ਘਰੇਲੂ ਉਡਾਨਾਂ ਪਿਛਲੇ ਹਫ਼ਤੇ ਦੇਰੀ ਦੇ ਨਾਲ ਕਾਫੀ ਰੱਦ ਹੋਈਆਂ। ਡੇਟਾ ਵਾਜ਼ੋ ਦਾ ਕਹਿਣਾ ਹੈ ਕਿ 22 ਤੋਂ 28 ਜੂਨ ਦੇ ਵਿਚਕਾਰ 7 ਦਿਨਾਂ ਦੇ ਵਿੱਚ 6 ਵੱਡੇ ਹਵਾਈ ਅੱਡਿਆਂ ਲਈ 54% ਦੀ ਉਡਾਨਾਂ ਨਿਰਧਾਰਤ ਸਮੇਂ ਤੋਂ ਬਾਹਰ ਹੋ ਗਈਆਂ। ਲਗਭਗ 38% ਦੀ ਉਡਾਨਾਂ ਦੇਰੀ ਦੇ ਨਾਲ ਚੱਲੀਆਂ, ਜਦੋਂ ਕਿ 16% ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ। ਹਵਾਈ ਅੱਡੇ ਨੇ ਮੌਂਟਰੀਅਲ, ਕੈਲਗਰੀ, ਟੋਰਾਂਟੋ ਦੇ ਪੀਅਰਸਨ ਤੇ ਬਿਲੀ ਬਿਸ਼ਪ 에ਅਰਪੋਰਟ, ਆਟਵਾ ਤੇ ਹੈਲੀਫੈਕਸ 에ਅਰਲਾਈਨਾਂ ਤੇ ਫੈਡਰਲ ਸਰਕਾਰ ਹਵਾਈ ਅੱਡਿਆਂ ਤੇ ਬੇਅੰਤ ਲਾਈਨਾਂ ਫਲਾਈਟ ਰੁਕਣਾ ਤੇ ਰੋਜ਼ਾਨਾ ਉਥਲ-ਪੁਥਲ ਦੇ ਦ੍ਰਿਸ਼ਾਂ ਦਾ ਜਵਾਬ ਦੇਣ ਲਈ ਘਬਰਾਹਟ ਕਰ ਰਹੀ ਹੈ। ਖਾਸ ਕਰਕੇ ਪੀਅਰਸਨ ਤੇ ਇੱਕ ਸਮੱਸਿਆ ਜਿਸ ਨੂੰ ਹਵਾਬਾਜ਼ੀ ਉਦਯੋਗ ਨੇ ਸੰਘੀ ਸੁਰੱਖਿਆ ਤੇ ਕਸਟਮ ਅਧਿਕਾਰੀਆਂ ਦੀ ਘਾਟ ਤੇ ਜ਼ਿੰਮੇਵਾਰੀ ਠਹਿਰਾਇਆ ਹੈ। ਕੈਨੇਡਾ ਦੀ 에ਅਰਪੋਰਟ ਸੁਰੱਖਿਆ ਏਜੰਸੀ ਨੇ ਅਪ੍ਰੈਲ ਤੋਂ ਲੈ ਕੇ ਹੁਣ ਤੱਕ 900 ਤੋਂ ਵੱਧ ਸਕੈਨਰਾਂ ਨੂੰ ਨਿਯੁਕਤ ਕੀਤਾ ਹੈ ਅਤੇ ਹਾਲਾਂਕਿ ਬਹੁਤ ਸਾਰੇ ਸਿਖਲਾਈ ਦੇ ਵਿੱਚ ਹਜੇ ਨੇ। ਆਟਵਾ ਨੇ ਕੌਮਾਂਤਰੀ ਯਾਤਰੀਆਂ ਨੂੰ ਤੇਜ਼ੀ ਨਾਲ ਪ੍ਰਕਿਰਿਆ ਕਰਨ ਦੇ ਲਈ ਸੈਕਟਰ ਦੀਆਂ ਮੰਗਾਂ ਦੇ ਬਾਅਦ ਘੱਟੋ-ਘੱਟ ਵੀਰਵਾਰ ਤੱਕ ਟੀਕਾ ਲਗਾਏ ਗਏ ਯਾਤਰੀਆਂ ਦੀ ਬੇਤਰਤੀਬੇ ਕੋਵਿਡ-19 ਟੈਸਟਿੰਗ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕਈ ਕੰਪਨੀਆਂ ਦੇ ਡੇਟਾ ਮੁਖੀਆਂ ਦਾ ਇਹ ਕਹਿਣਾ ਹੈ ਕਿ ਉਡਾਨ ਦੇ ਅੰਕੜੇ ਦਿਨ ਭਰ ਦੇ ਵੱਖ-ਵੱਖ ਮੰਤਰਾਲੇ ਤੋਂ ਆਉਣ ਵਾਲੇ ਪੰਨੇ ਤੇ ਸਨੈਪਸ਼ਾਟ ਦੇ ਉੱਤੇ ਵੀ ਆਧਾਰਿਤ ਨੇ। ਸੋ ਕਾਫੀ ਜ਼ਿਆਦਾ ਜਿਹੜੇ ਯਾਤਰੀ ਸੀ ਉਹਨਾਂ ਨੂੰ ਇਸ ਘਰੇਲੂ ਉਡਾਨਾਂ ਕਰਕੇ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਅੱਗੇ ਦੱਸਦੇ ਕਿ ਸਰੀ ਸਿਟੀ ਦੇ ਵਿੱਚ ਇਸ ਵੇਲੇ ਮੇਅਰ ਚੋਣਾਂ ਦੇ ਲਈ ਕਾਫੀ ਜ਼ਿਆਦਾ ਗਹਿਮਾ-ਗਹਿਮੀ ਚੱਲ ਰਹੀ ਹੈ, ਪਰ ਚੋਣ ਮੈਨੀਫੈਸਟੋ ਕਿਹੜੇ ਮੁੱਦਿਆਂ ਦੇ ਉੱਤੇ ਫੋਕਸ ਹੋਵੇਗਾ? ਗੈਰ ਕਾਨੂੰਨੀ ਕੰਸਟਰਕਸ਼ਨ ਨੂੰ ਰੋਕਣ ਦੇ ਲਈ ਕਿਹੜੇ ਨਵੇਂ ਤੇ ਸਖਤ ਨਿਯਮ ਕੀਤੇ ਗਏ ਨੇ, ਜਿਨ੍ਹਾਂ ਬਾਰੇ ਅਜੇ ਲੋਕਾਂ ਨੂੰ ਪਤਾ ਨਹੀਂ ਹੈ। ਖਾਸ ਕਰਕੇ ਇਸ ਸਮੇਂ ਡਗਮਕੱਲਮ ਦੇ ਉੱਤੇ ਜਿਹੜੇ ਦੋਸ਼ ਲੱਗੇ ਨੇ, ਕੀ ਉਹਨਾਂ ਦੋਸ਼ਾਂ ਦਾ ਡਗਮਕੱਲਮ ਦੀ ਸਲੇਟ ਨੂੰ ਚੋਣਾਂ ਦੇ ਵਿੱਚ ਫਰਕ ਪਵੇਗਾ? ਇਹਨਾਂ तमाम ਸਵਾਲਾਂ ਦੇ ਜਵਾਬ ਦਿੱਤੇ ਸਿਟੀ ਕਾਉਂਸਲਰ ਮਨਦੀਪ ਨਾਗਰਾ ਨੇ। ਇਸ ਵੇਲੇ ਬਹੁਤ ਸਾਰੇ ਮੁੱਦੇ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਗੌਰ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਤਾਂ ਮਨਦੀਪ ਨਾਗਰਾ ਜੀ, ਅਜਿਹੇ ਮੁੱਦੇ ਜਿਹੜੇ ਅਧੂਰੇ ਵੀ ਪਏ ਨੇ ਤੇ ਨਵੇਂ ਵੀ ਆਉਣ ਵਾਲੇ ਨੇ। ਅਜਿਹੇ ਦੇ ਵਿੱਚ ਚੋਣ ਮੈਨੀਫੈਸਟੋ ਜਿਹੜਾ ਉੱਤੇ ਫੋਕਸ ਤੁਸੀਂ ਕਿਹੜੀਆਂ ਚੀਜ਼ਾਂ ਤੇ ਕਰੋਗੇ? ਕਦੋਂ ਜਾਰੀ ਕੀਤਾ ਜਾ ਰਿਹਾ ਚੋਣ ਮੈਨੀਫੈਸਟੋ ਤੇ ਕੀ ਇਹਦੇ ਵਿੱਚ ਖਾਸ ਹੋਏਗਾ? ਜੀ ਬਿਲਕੁਲ, ਬਹੁਤ ਸਾਰੇ ਕੰਮ ਜਿਹੜੇ ਹੈਗੇ ਆ ਜਿਹੜੇ ਕਦੀ ਵੀ ਸਿਟੀ ਆਫ ਸਰੀ ਦੇ ਵਿੱਚ ਹੋਏ ਨਹੀਂ ਸੀ। ਫੋਰ ਐਗਜ਼ਾਮਪਲ ਜਿਹੜਾ ਸਕਾਈ ਟ੍ਰੇਨ ਦਾ ਕੰਮ ਆ, ਪਿਛਲੇ ਆਲਮੋਸਟ 30 ਸਾਲ ਦੇ ਲਾਗੇ ਹੋ ਗਿਆ, ਉਹਦੀ ਕੋਈ ਐਕਸਪੈਂਸ਼ਨ ਨਹੀਂ ਹੋਈ ਸੀ, ਉਹ 'ਤੇ ਸਟਾਰਟ ਹੋ ਗਿਆ। ਜਿਹੜਾ 84th ਐਵੀਨਿਊ ਦਾ ਕਨੈਕਸ਼ਨ ਦਾ ਕੰਮ ਸੀਗਾ, ਉਹਨੂੰ ਵੀ ਮੈਨੂੰ ਲੱਗਦਾ ਕਿ ਆਲਮੋਸਟ 15 ਤੋਂ 16 ਸਾਲ ਹੋ ਗਏ। ਕੋਈ ਕਾਉਂਸਲ ਆ ਰਹੀ ਸੀ, ਉਹਨੂੰ ਬਣਾ ਰਹੇ ਆ, ਦੂਸਰੀ ਆ ਰਹੀ ਸੀ, ਉਹਨੂੰ ਸਟਾਪ ਕਰ ਰਹੇ, ਉਹ ਬਣ ਰਿਹਾ ਆਲਰੇਡੀ। ਨਿਊਟਨ ਦੇ ਵਿੱਚ ਰੈਕ ਸੈਂਟਰ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ, ਜਿਹੜੀ ਲੈਂਡ ਲੈ ਲਈ ਆ, ਡਰਾਇੰਗਸ ਬਣ ਰਹੀਆਂ ਨੇ। ਵਾਕਿੰਗ ਟਰੈਕਸ ਦੀ ਬਹੁਤ ਜ਼ਿਆਦਾ ਜ਼ਰੂਰਤ ਸੀਗੀ, ਅੱਜ ਤੋਂ 10 ਸਾਲ ਪਹਿਲੇ ਵਾਕਿੰਗ ਟਰੈਕਸ ਦੀ ਡਿਮਾਂਡ ਸੀਗੀ। 2 ਨਵੇਂ ਵਾਕਿੰਗ ਟਰੈਕਸ ਜਿਹੜੇ ਆ ਆਲਮੋਸਟ ਕੰਪਲੀਟ ਹੋ ਗਏ ਨੇ। ਮੈਨੂੰ ਲੱਗਦਾ ਹੋਰ ਵੀਕ ਦੇ ਵਿੱਚ ਦੋਨੋਂ ਕੰਪਲੀਟ ਹੋ ਜਾਣਗੇ। ਨਵੀਆਂ ਸੌਕਰ ਫੀਲਡਸ ਦੀ ਗੱਲ ਹੋ ਰਹੀ ਸੀ, ਬਹੁਤ ਜ਼ਿਆਦਾ ਕਲੱਬਸ ਦੇ ਵਿੱਚ ਫ੍ਰਿਕਸ਼ਨਸ ਚੱਲ ਰਹੀ ਸੀ ਕਿਉਂਕਿ ਫੀਲਡ ਐਲੋਕੇਸ਼ਨਸ ਨਹੀਂ ਹੋ ਰਹੀਆਂ ਸੀ ਪ੍ਰੋਪਰ, ਕਿਉਂਕਿ ਇਹਨਾਂ ਫੀਲਡਸ ਨਹੀਂ ਹੈਗੀਆਂ ਸੀਗੀਆਂ। ਸੋ ਸਟਾਫ ਆਪਣੇ ਬੈਸਟ ਵੇ ਨਾਲ ਫੀਲਡ ਐਲੋਕੇਸ਼ਨ ਕਰ ਰਿਹਾ ਸੀ, ਪਰ ਜਿਹੜੇ ਸਪੋਰਟਸ ਕਲੱਬਸ ਹੈਗੇ ਸੌਕਰ ਦੇ, ਉਹਨਾਂ ਨੂੰ ਇਨਫ ਟਾਈਮ ਨਹੀਂ ਮਿਲ ਰਿਹਾ ਸੀ ਫੀਲਡਸ 'ਤੇ। ਸੋ ਨਵੀਆਂ ਫੀਲਡਸ ਬਣ ਗਈਆਂ, ਨਿਊਟਨ ਦੇ ਵਿੱਚ ਵੀ, ਕਲੋਵਰਡੇਲ ਦੇ ਵਿੱਚ ਵੀ, ਸਾਊਥ ਸਰੀ ਦੇ ਵਿੱਚ ਵੀ। ਸੋ ਇੱਦਾਂ ਦੇ ਹੋਰ ਬਹੁਤ ਕੰਮ ਹੈਗੇ ਨੇ ਜਿਹੜੇ ਹੋਣ ਵਾਲੇ ਨੇ ਹਜੇ। ਉਹਨਾਂ ਦੇ ਵਿੱਚ ਸਭ ਤੋਂ ਜਿਹੜਾ ਵੱਡਾ ਸਾਡਾ ਮੇਨ ਫੋਕਸ ਅਗਲੇ 4 ਸਾਲ ਦੇ ਵਿੱਚ ਰਹੇਗਾ, ਜੋ ਅਸੀਂ ਪ੍ਰੋਮਿਸ ਕਰਾਂਗੇ, ਉਹ ਸਿਟੀ ਆਫ ਸਰੀ ਦੇ ਜਿਹੜੇ ਰੋਡਸ ਹੈਗੇ ਨੇ, ਜੋ ਟ੍ਰੈਫਿਕ ਦਾ ਇਸ ਟਾਈਮ ਪ੍ਰੋਬਲਮ ਚੱਲ ਰਹੀ ਹੈ, ਬਹੁਤ ਵੱਡੀ ਪ੍ਰੋਬਲਮ ਹੈਗੀ ਟ੍ਰੈਫਿਕ ਦੀ। ਸੋ ਟ੍ਰੈਫਿਕ ਨੂੰ ਜਿਹੜੀਆਂ ਕੰਜੈਸ਼ਨਸ ਹੈ ਉਹਨਾਂ ਨੂੰ ਕਿਵੇਂ ਇੰਪਰੂਵ ਕੀਤਾ ਜਾਵੇ, ਰੋਡ ਦਾ ਜਿਹੜਾ ਨੈਟਵਰਕ ਹੈ ਉਹਨੂੰ ਕਿਵੇਂ ਇੰਪਰੂਵ ਕੀਤਾ ਜਾਵੇ। ਸੋ ਸਾਡੀਆਂ ਬਹੁਤ ਲੰਮੀ ਲਿਸਟ ਹੈਗੀ ਹੈ ਜਿਹੜੇ ਅਸੀਂ ਕੰਮ ਕਰਨਾ ਚਾਹੁੰਦੇ ਅਗਲੇ 4 ਸਾਲ ਦੇ ਵਿੱਚ। ਉਹਨਾਂ ਦੇ ਵਿੱਚ ਸਭ ਤੋਂ ਜਿਹੜਾ ਟੌਪ 'ਤੇ ਹੈਗਾ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਉਹ ਰੋਡ ਦੇ ਜਿਹੜੇ ਕਨੈਕਸ਼ਨਸ ਹੈ ਉਹਨਾਂ ਨੂੰ ਇੰਪਰੂਵ ਕਰਨਾ। ਸੋ ਉਸ ਤੋਂ ਬਗੈਰ ਜਿਹੜੀ ਬਾਕੀ ਦੀ ਲਿਸਟ ਹੈ ਉਹ ਵੀ ਅਸੀਂ ਆਉਣ ਵਾਲੇ ਛੇਤੀ ਥੋੜ੍ਹੇ ਟਾਈਮ ਦੇ ਵਿੱਚ ਉਹ ਵੀ ਰਿਲੀਜ਼ ਕਰਾਂਗੇ। ਮਨਦੀਪ ਜੀ, ਲੋਕਾਂ ਦੀਆਂ ਕੁਝ ਸ਼ਿਕਾਇਤਾਂ ਨੇ, ਕਹਿੰਦੇ ਕਿ ਚਾਹੇ ਇਲੀਗਲ ਕੰਸਟਰਕਸ਼ਨ ਦਾ ਮੁੱਦਾ ਹੋਵੇ ਜਾਂ ਫਿਰ ਰੋਡ ਡਿਵੈਲਪਮੈਂਟ ਦਾ ਮੁੱਦਾ ਹੋਵੇ, ਇਹ ਸਾਰੇ ਅਧੂਰੇ ਪਏ ਨੇ। ਸਿਟੀ ਇਹਦੇ ਤੇ ਕੁਝ ਸੋਚ ਵਿਚਾਰ ਨਹੀਂ ਕਰ ਰਹੀ, ਕੁਝ ਨਹੀਂ ਹੋ ਰਿਹਾ। ਜਿਹੜੀ ਇਲੀਗਲ ਕੰਸਟਰਕਸ਼ਨ ਹੈਗੀ ਆ, ਉਹਦੇ ਵਾਸਤੇ ਆਪਾਂ ਇਹ ਕਹਿ ਨਹੀਂ ਸਕਦੇ ਕਿ ਸਿਟੀ ਬਿਲਕੁਲ ਨਹੀਂ ਕਰ ਰਹੀ। ਨਵੇਂ ਜਿਹੜੇ ਬਾਇਲਾਸ ਹੈਗੇ ਨੇ, ਬਹੁਤ ਸਟ੍ਰਿਕਟ ਬਾਇਲਾਸ ਆਲਰੇਡੀ ਇਨ ਪਲੇਸ ਹੈਗੇ ਨੇ,
ਬਹੁਤ ਜਿੱਥੇ ਵੀ ਇਲੀਗਲ ਕੰਸਟਰਕਸ਼ਨ ਹੋ ਰਹੀ ਹੈ, ਮੈਨੂੰ ਲੱਗਦਾ ਕਿ 90% ਉੱਥੇ ਸਾਡੇ ਬਾਈ ਲਾਅ ਆਫਿਸਰਸ ਪਹੁੰਚ ਕੇ ਐਕਸ਼ਨ ਲੈ ਰਹੇ ਨੇ। ਸੋ ਜਿਹੜੀ ਇਲੀਗਲ ਕੰਸਟਰਕਸ਼ਨ ਹੈ, ਇਹਦੇ ਰਿਜ਼ਲਟਸ ਜਿਹੜੀਆਂ ਨਵੀਆਂ ਪਾਲਿਸੀਜ਼ ਹੈਗੀਆਂ, ਨਵੇਂ ਬਾਈ ਲਾਅਸ ਹੈਗੇ, ਇਹਦੇ ਰਿਜ਼ਲਟਸ ਜਿਹੜੇ ਆ ਤੁਸੀਂ ਉਹਨਾਂ ਨੂੰ ਕਈ ਵਾਰੀ ਰਿਜ਼ਲਟਸ ਆਉਣ ਨੂੰ ਟਾਈਮ ਲੱਗ ਜਾਂਦਾ। ਤੁਸੀਂ ਬਾਹਰ ਜਦੋਂ ਦੇਖਦੇ ਹੋ ਕਿ ਐਕਚੁਅਲੀ ਗਰਾਊਂਡ ਤੇ ਚੇਂਜਸ ਥੋੜਾ ਟਾਈਮ ਲੱਗਦਾ ਹੁੰਦਾ, ਜਦੋਂ ਲਾਅਸ ਆਉਂਦੇ ਆ ਉਸ ਤੋਂ ਬਾਅਦ ਆ ਗਰਾਊਂਡ ਤੇ ਚੇਂਜਸ ਆਉਂਦੇ ਆਪਾਂ ਨੂੰ ਰੀਅਲਾਈਜ਼ ਕਰਦੇ ਕਿ ਯੈਸ ਇੱਥੇ ਹੁਣ ਇਹ ਬਿਲਕੁਲ ਹੋਣੋਂ ਬੰਦ ਹੋ ਗਿਆ, ਉਹਨੂੰ ਟਾਈਮ ਲੱਗੇਗਾ। ਜਿਹੜੀਆਂ ਨਵੀਆਂ ਪਾਲਿਸੀਜ਼ ਹੈਗੀਆਂ ਆ ਉਹ ਆਲਰੇਡੀ ਇਨ ਪਲੇਸ ਹੈਗੀਆਂ ਨੇ, ਜਿਹੜੇ ਫਾਈਨਸ ਆ ਬਹੁਤ ਜ਼ਿਆਦਾ ਸਟ੍ਰਿਕਟ ਨੇ, ਤੇ ਆਲਰੇਡੀ ਇਹ ਜਿਹੜੀ ਇਲੀਗਲ ਕੰਸਟਰਕਸ਼ਨ ਆ ਬਹੁਤ ਕੰਟਰੋਲ ਹੋ ਗਈ ਹੈ। ਪਰ ਇਹ ਤੁਸੀਂ ਹੋਰ ਬਹੁਤ ਅਗਲੇ 2-3 ਮਹੀਨਿਆਂ ਦੇ ਵਿੱਚ ਦੇਖੋਗੇ, ਤੁਹਾਨੂੰ ਆਪ ਲੋਕ ਦੱਸਣਗੇ, ਤੁਹਾਨੂੰ ਜਿਹੜੇ ਇਨਵੋਲਵਡ ਲੋਕ ਨੇ, ਜਿਹੜੇ ਟ੍ਰੇਡਸ ਦੇ ਵਿੱਚ ਇਨਵੋਲਵ ਨੇ, ਚਾਹੇ ਜਿਹੜੇ ਰੈਨੋਵੇਸ਼ਨਸ ਦੇ ਵਿੱਚ, ਉਹ ਦੱਸਣਗੇ ਕਿ ਸਿਟੀ ਆਫ ਸਰੀ ਦੇ ਵਿੱਚ ਵਿਦਆਊਟ ਪਰਮਿਟ ਕੰਮ ਕਰਨਾ ਕਿੰਨਾ ਔਖਾ ਹੋ ਗਿਆ। ਇਸ ਵਾਰ ਦੀਆਂ ਇਲੈਕਸ਼ਨਸ ਜਿਹੜੀਆਂ ਨੇ ਉਹ ਕਾਫੀ ਪਹਿਲਾਂ ਨਾਲੋਂ ਵੱਖ ਨਜ਼ਰ ਆ ਰਹੀਆਂ ਨੇ। ਸਭ ਤੋਂ ਪਹਿਲਾਂ ਤਾਂ ਜਿਹੜੀਆਂ ਸਲੇਟਸ ਨੇ ਕਾਫੀ ਸਾਰੀਆਂ ਉਹ ਆਪਸ ਦੇ ਵਿੱਚ ਟੁੱਟੀਆਂ, ਬਹੁਤ ਸਾਰੇ ਗਰੁੱਪਸ ਜਿਹੜੇ ਨੇ ਉਹ ਆਪਸ ਦੇ ਵਿੱਚ ਟੁੱਟੇ। ਸਿਟੀ ਦੇ ਵਿੱਚ ਜਿਹੜਾ ਆਪਸੀ ਡੈਮੇਜ ਪੋਲੀਟੀਕਲ ਦੇਖਿਆ ਜਾ ਰਿਹਾ ਉਹ ਵੀ ਲੋਕਾਂ ਦੇ ਉੱਤੇ ਕਾਫੀ ਹੱਦ ਤੱਕ ਇਫੈਕਟ ਪਾ ਰਿਹਾ। ਐਂਡ ਸੈਕੰਡ ਥਿੰਗ ਕਿ ਡਗ ਮਕੱਲਮ ਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਸੀਗੇ, ਨੋ ਡਾਊਟ ਉਹ ਕਲੀਅਰ ਹੋ ਚੁੱਕੇ ਨੇ। ਬਹੁਤ ਸਾਰੀਆਂ ਅਜਿਹੀਆਂ ਖਬਰਾਂ, ਬਹੁਤ ਸਾਰੀਆਂ ਅਜਿਹੀਆਂ ਰਿਪੋਰਟਸ ਆ ਚੁੱਕੀਆਂ ਨੇ ਜਿਹਦੇ ਵਿੱਚ ਡਗ ਮਕੱਲਮ ਦੀ ਸਟੇਟਮੈਂਟ ਬਿਲਕੁਲ ਸਹੀ ਮੰਨੀ ਜਾ ਰਹੀ ਹੈ, ਪਰ ਲੋਕਾਂ ਦੇ ਵਿੱਚ ਬੜੀ ਜ਼ਿਆਦਾ ਕਨਫਿਊਜ਼ਨ ਹੈ ਇਸ ਚੀਜ਼ ਨੂੰ ਲੈ ਕੇ। ਨਹੀਂ, ਬਿਲਕੁਲ, ਜੇ ਤੁਸੀਂ ਜਿਹੜੀ ਐਵੀਡੈਂਸ ਰਿਪੋਰਟ ਹੈ, ਜੇ ਤੁਸੀਂ ਉਹ ਦੇਖੋਗੇ, ਉਹਦੇ ਵਿੱਚ ਕਲੀਅਰਲੀ ਇੱਕ ਗੱਲ ਮੈਂਸ਼ਨ ਕੀਤੀ ਗਈ ਕਿ ਜੋ ਡਗ ਮਕੈਲਮ ਕਹਿ ਰਹੇ ਨੇ, ਜੋ ਉਹਨਾਂ ਦੇ ਨਾਲ ਹੋਇਆ, ਜੇ ਉਹਨਾਂ ਦੇ ਪੈਰ ਦੇ ਉੱਪਰ ਦੀ ਕਾਰ ਦਾ ਟਾਇਰ ਲੰਘਿਆ ਸੀਗਾ, ਐਵੀਡੈਂਸ ਰਿਪੋਰਟ ਦੇ ਵਿੱਚ ਉਹ ਸ਼ੋਅ ਕਰ ਰਿਹਾ ਕਿ ਯੈਸ ਮੇਅਰ ਮਕੈਲਮ ਜੋ ਕਹਿ ਰਹੇ ਨੇ ਉਹ ਸੱਚ ਬੋਲ ਰਹੇ ਨੇ। ਡਾਕਟਰ ਦੇ ਨੋਟਸ ਹੈਗੇ ਨੇ ਕਿ ਉਹਨਾਂ ਦੇ ਪੈਰ ਦਾ ਜਿਹੜਾ ਟਿਸ਼ੂ ਡੈਮੇਜ ਹੋਇਆ ਸੀ। ਸੋ ਬਾਕੀ ਜਿਹੜੀ ਅਕਤੂਬਰ 31 ਨੂੰ ਜਿਹੜੀ ਉਹਨਾਂ ਦੀ ਕੋਰਟ ਹੀਅਰਿੰਗ ਹੈ, ਉਹਦੇ ਵਿੱਚ ਕਲੀਅਰ ਹੋ ਜਾਏਗਾ। ਪਰ ਸੋ ਫਾਰ ਜੋ ਆਪਾਂ ਰਿਪੋਰਟ ਦੇਖੀ ਆ, ਉਹਦੇ ਵਿੱਚ ਕਲੀਅਰ ਹੈ ਕਿ ਜੋ ਕਹਿ ਰਹੇ ਨੇ ਉਹ ਬਿਲਕੁਲ ਸੱਚ ਬੋਲ ਰਹੇ ਨੇ। ਉਹਨਾਂ ਨੇ ਪਬਲਿਕ ਦੇ ਨਾਲ ਬਿਲਕੁਲ ਵੀ ਝੂਠ ਨਹੀਂ ਬੋਲਿਆ। ਇੱਕ ਬਹੁਤ ਵੱਡੀ ਚੇਂਜ ਲਿਆਉਣ ਦੀ ਟਰਾਈ ਕਰ ਰਹੇ ਨੇ ਸਿਟੀ ਆਫ ਸਰੀ ਦੇ ਵਿੱਚ। ਸੋ ਇੱਦਾਂ ਦੇ ਚੈਲੰਜਸ, ਇੱਦਾਂ ਦੇ ਐਲੀਗੇਸ਼ਨਸ ਇਹ ਨਾਰਮਲ ਆ, ਇਹ ਲੱਗਣਗੇ, ਕਿਉਂਕਿ ਇਹ ਪੋਲੀਟੀਕਲੀ ਮੋਟੀਵੇਟਡ ਸਾਰੇ ਜਿਹੜੇ ਹੈਗੇ ਆ ਐਲੀਗੇਸ਼ਨਸ ਹੈਗੇ ਨੇ, ਇਹ ਨਾਰਮਲ ਆ। ਇਹ ਇੱਦਾਂ ਦੇ ਹੋਰ ਵੀ ਐਲੀਗੇਸ਼ਨਸ ਲਾਉਂਦੇ ਰਹਿਣਗੇ ਲੋਕ, ਕਿਉਂਕਿ ਬਹੁਤ ਵੱਡਾ ਸਟੈਪ ਲੈਣ ਜਾ ਰਹੇ ਨੇ ਸਿਟੀ ਆਫ ਸਰੀ ਦੇ ਵਿੱਚ ਆਪਣੀ ਪੁਲਿਸ ਫੋਰਸ ਕ੍ਰੀਏਟ ਕਰਨ ਵਾਸਤੇ। ਇੱਦਾਂ ਦੇ ਛੋਟੇ ਜਿਹੜੇ ਹਰਡਲਸ ਆ ਆਉਂਦੇ ਰਹਿਣਗੇ। ਤੁਹਾਨੂੰ ਲੱਗਦਾ ਵੀ ਇੱਦਾਂ ਦੇ ਜਿਹੜੇ ਐਲੀਗੇਸ਼ਨਸ ਆ ਤੁਹਾਡੀ ਸਲੇਟ ਤੇ ਕਾਫੀ ਅਸਰ ਵੀ ਪਾ ਸਕਦੇ? ਨਹੀਂ, ਬਿਲਕੁਲ ਨਹੀਂ। ਲੋਕ ਬਿਲਕੁਲ ਸਮਝਦੇ ਨੇ ਇਹ ਕਿੰਨਾ ਬੋਲਡ ਮੂਵ ਸੀਗਾ। 3 ਸਾਲ ਦੇ ਵਿੱਚ ਕਿਸੇ ਆਪਣੀ ਐਡੀ ਵੱਡੀ ਸਿਟੀ ਦੀ ਤੁਸੀਂ ਪੁਲਿਸ ਡਿਪਾਰਟਮੈਂਟ ਚੇਂਜ ਕਰ ਦੇਣਾ, ਇੱਕ ਨਵੀਂ ਪੁਲਿਸ ਲਿਆਉਣੀ। ਅੱਜ ਪੁਲਿਸਿੰਗ ਰੈਫਰੈਂਡਮ ਦੀ ਗੱਲ ਪੂਰੇ ਵਰਲਡ ਦੇ ਵਿੱਚ ਹੋ ਰਹੀ ਹੈ ਕਿ ਪੁਲਿਸਿੰਗ ਦਾ ਵੇ ਆਫ ਡੂਇੰਗ ਬਿਜ਼ਨਸ ਚੇਂਜ ਹੋਣਾ ਚਾਹੀਦਾ। US ਦੇ ਵਿੱਚ ਆਪਾਂ ਕਿੱਡੀ ਵੱਡੀ ਮੂਵਮੈਂਟ ਦੇਖ ਕੇ ਹਟੇ ਹਾਂ, ਪਰ ਸਿਟੀ ਆਫ ਸਰੀ ਦੇ ਵਿੱਚ 3 ਸਾਲ ਦੇ ਵਿੱਚ ਇੱਕ ਪੁਲਿਸ ਫੋਰਸ ਆਪਣੀ ਚੇਂਜ ਕਰ ਦੇਣੀ ਬਹੁਤ ਵੱਡਾ ਮੂਵ ਸੀਗਾ। ਸੋ ਉਹਦੇ ਇਸ ਮੂਵ ਨੂੰ, ਇਹਨੂੰ ਚੇਂਜਸ ਐਡੀਆਂ ਵੱਡੀਆਂ ਲਿਆਉਣ ਲਈ ਛੋਟੇ ਹਰਡਲਸ ਜਿਹੜੇ ਆ ਉਹ ਆਉਣਗੇ। ਪਰ ਮੈਨੂੰ ਪਤਾ ਕਿ ਇਹਦੇ 'ਚੋਂ ਆਲਰੇਡੀ ਉਹ ਨਿਕਲ ਗਏ ਨੇ ਆਲਮੋਸਟ, ਤੇ ਬਾਕੀ ਅਕਤੂਬਰ 31 ਨੂੰ ਜਿਹੜਾ ਕੋਰਟ ਦਾ ਡਿਸੀਜਨ ਹੈ ਉਹ ਆ ਜਾਏਗਾ, ਉਹ ਬਿਲਕੁਲ ਕਲੀਅਰਲੀ ਉਹਦੇ 'ਚੋਂ ਬਾਹਰ ਨਿਕਲ ਜਾਣਗੇ। ਥੈਂਕ ਯੂ ਜੀ। ਤੇ ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਕੁਝ ਖਬਰਾਂ ਲੈ ਕੇ ਦੋਸਤੋ ਤੁਹਾਡੇ ਲਈ ਹਾਜ਼ਰ ਹਾਂ। ਅੱਜ ਇੱਕ ਸਵੇਰ ਦੀ ਗੱਲ ਹੈ ਜੀ, 6:40 ਤੇ ਇਹ ਖਬਰ ਲਡੂਕ ਤੋਂ ਆ ਰਹੀ ਆ ਕਿ ਉੱਥੇ ਇੱਕ ਪੈਡੈਸਟਰੀਅਨ ਦਾ ਤੇ ਰੇਲ ਗੱਡੀ ਦੀ ਟੱਕਰ ਹੋਈ ਹੈ ਜੀ, ਜਿਹਦੇ 'ਚ ਪੈਡੈਸਟਰੀਅਨ ਜਿਹੜਾ ਉਹ ਟਰੈਕ ਦੇ ਉੱਤੇ ਮ੍ਰਿਤਕ ਪਾਇਆ ਗਿਆ। ਜਦੋਂ ਉੱਥੇ RCMP ਤੇ CP ਰੇਲ ਦੇ ਜਿਹੜੇ ਹੈ ਨੇ ਅਧਿਕਾਰੀ ਉੱਥੇ ਜਦੋਂ ਪਹੁੰਚੇ ਆ, ਤੇ ਉਹਨਾਂ ਦੇਖਿਆ ਕਿ ਉਹ ਬੰਦਾ ਮਰ ਚੁੱਕਾ ਸੀਗਾ, ਔਰ ਉਹਦੀ ਇਨਵੈਸਟੀਗੇਸ਼ਨ ਹੁਣ ਹੋ ਰਹੀ ਆ। ਇਹ ਲਡੂਕ ਦੇ ਵਿੱਚ ਜੀ 60 ਤੇ 65 ਐਵਨਿਊ ਦੇ ਦਰਮਿਆਨ ਜਿਹੜਾ ਟਰੈਕ ਆ ਉਹਦੇ 'ਤੇ ਉਹ ਵਿਅਕਤੀ ਜਿਹੜਾ ਜੀ ਪਾਇਆ ਗਿਆ ਹੈ। ਔਰ ਦੂਸਰੀ ਖਬਰ ਇੱਕ ਆ ਰਹੀ ਹੈ ਸਾਡੇ ਕੈਲਗਰੀ ਸ਼ਹਿਰ ਤੋਂ ਕਿ ਉੱਥੇ IBM ਵਾਲੇ ਇੱਕ ਨਵਾਂ ਜਿਹੜਾ ਜੀ ਇਨੋਵੇਸ਼ਨ ਸੈਂਟਰ ਕ੍ਰੀਏਟ ਕਰਨ ਜਾ ਰਹੇ ਨੇ, ਔਰ ਉਹਦੇ ਨਾਲ ਕੋਈ 250 ਦੇ ਕਰੀਬ ਜਿਹੜੀਆਂ ਹੈਗੀਆਂ ਨੇ ਟੈਕ ਸੈਕਟਰ ਦੀਆਂ ਜੌਬਾਂ ਕ੍ਰੀਏਟ ਹੋਣਗੀਆਂ। ਪਿਛਲੇ ਸਮੇਂ ਤੋਂ ਕੈਲਗਰੀ ਦੇ ਵਿੱਚ ਕਾਫੀ ਜਿਹੜੀ ਇਨਵੈਸਟਮੈਂਟ ਹੈ ਜੀ ਇਹ ਟੈਕ ਸੈਂਟਰ ਵਾਲੀ ਹੋ ਰਹੀ ਆ, ਔਰ ਇਹਦੇ ਲਈ ਅਪਰਚੂਨਿਟੀ ਕੈਲਗਰੀ ਇਨਵੈਸਟਮੈਂਟ ਫੰਡ ਵਾਲੇ ਜਿਹੜੀ ਕਿ ਸਿਟੀ ਓਨਡ ਇਕਨੋਮਿਕ ਡਿਵੈਲਪਮੈਂਟ ਫੰਡ ਆ, ਉਹ $5 ਮਿਲੀਅਨ ਦੀ ਕੰਟਰੀਬਿਊਸ਼ਨ ਕਰ ਰਹੇ ਨੇ। ਔਰ ਇਹਦੇ ਨਾਲ ਜਿਹੜਾ IBM ਵੱਲੋਂ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਜਾਣੀਆਂ ਜੀ ਸਰਵਿਸਿਜ਼ ਉਹ ਹੈਗੀਆਂ ਕੰਸਲਟਿੰਗ ਸਰਵਿਸਿਜ਼ ਹੈਗੀਆਂ, ਨਾਲ ਦੀ ਨਾਲ 5G, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਹਾਈਬ੍ਰਿਡ ਕਲਾਊਡ ਅਤੇ ਬਲੌਕਚੇਨ, ਇਹ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਣਗੀਆਂ। ਔਰ
250 ਦੇ ਕਰੀਬ ਜਿਹੜੀਆਂ ਜੀ ਨਵੀਆਂ ਜੌਬਾਂ ਟੋਟਲ ਜਿਹੜੀਆਂ ਆ ਉਹ ਨਿਕਲਣਗੀਆਂ। ਔਰ ਤੀਸਰੀ ਖਬਰ ਤੁਹਾਨੂੰ ਪਤਾ ਹੀ ਵੀ ਅਲਬਰਟਾ ਦੇ ਵਿੱਚ ਹੁਣ ਇੱਕ ਵਾਰ ਫਿਰ ਜਿਹੜਾ ਕੈਸ਼ ਆ ਉਹ ਕਾਫੀ ਸਰਕਾਰ ਦੇ ਖਾਤੇ ਵਿੱਚ ਆ ਰਿਹਾ। ਔਰ ਇਹਦੇ ਨਾਲ ਇੱਕ ਪਾਸੇ ਕਈ ਵਾਰੀ ਹੁੰਦਾ ਨਾ ਵੀ ਉਹ ਤੁਹਾਡੀ ਵਧੀਆ ਗੱਲਬਾਤ ਲਈ ਵੀ ਹੁੰਦਾ ਔਰ ਦੂਸਰੇ ਪਾਸੇ ਮਾੜੀ ਗੱਲ ਵੀ। ਉਹ ਮਾੜੀ ਗੱਲ ਇਸ ਤਰ੍ਹਾਂ ਹੋ ਰਹੀ ਹੈ ਜੀ ਵੀ ਬਹੁਤ ਸਾਰੀਆਂ ਆਵਾਜ਼ਾਂ ਜਿਹੜੀਆਂ ਵੱਖਰੀਆਂ ਵੱਖਰੀਆਂ ਸੂਬੇ 'ਚ ਉੱਠਣੀਆਂ ਸ਼ੁਰੂ ਹੋਈਆਂ। ਜਿਵੇਂ ਤੁਹਾਨੂੰ ਕੱਲ੍ਹ ਹੀ ਦੱਸਿਆ ਸੀ ਕਿ ਇੱਕ ਜਿਹੜੀ ਲੀਡਰਸ਼ਿਪ ਹੋਪਫੁਲ ਆ ਉਹ ਕਹਿੰਦੀ ਜੀ ਵੀ ਜੇ ਉਹ ਪ੍ਰੀਮੀਅਰ ਬਣਦੀ ਹੈ ਅਤੇ ਉਹ ਫੈਡਰਲ ਸਰਕਾਰ ਦੇ ਕੋਈ ਕਾਇਦੇ ਕਾਨੂੰਨ ਨਹੀਂ ਮੰਨੇਗੀ ਜੇ ਜਿਹੜੇ ਉਹਨਾਂ ਨੂੰ ਨਹੀਂ ਪਸੰਦ। ਅਤੇ ਅੱਜ ਰਾਜ ਸ਼ਰਮਨ ਹੋਰੀ ਜਿਹੜੇ ਪਹਿਲਾਂ ਵੀ ਪੀਸੀ ਪਾਰਟੀ ਦੇ ਵਿੱਚ ਕਿਸੇ ਸਮੇਂ ਰਹੇ ਆ, ਉਹਨਾਂ ਨੇ ਐਡਮਿੰਟਨ ਤੋਂ ਸੀਟ ਵੀ ਜਿੱਤੀ ਸੀ। ਐਮਰਜੈਂਸੀ ਰੂਮ ਡਾਕਟਰ ਨੇ ਉਹਨਾਂ ਨੇ ਵੀ ਅੱਜ ਅਨਾਊਂਸ ਕਰ ਦਿੱਤਾ ਜੀ ਕਿ ਉਹ ਪੀਸੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਰੇਸ ਆ ਉਹਦੇ 'ਚ ਸ਼ਾਮਲ ਹੋ ਰਿਹਾ ਆ। ਉਹਨਾਂ ਨੇ ਵੀ ਆਪਣੇ ਕਾਗਜ਼ ਪੱਤਰ ਭਰ ਦਿੱਤੇ ਆ ਅਤੇ ਜਿਹੜੇ ਪੈਸੇ ਦੇਣੇ ਬਣਦੇ ਹੁੰਦੇ ਜੀ $2.25 ਲੱਖ ਦੇ ਨੇੜੇ ਤੇੜੇ ਉਹ ਵੀ ਉਹਨਾਂ ਨੇ ਦੇ ਦਿੱਤਾ। ਅਤੇ ਇਸ ਵੇਲੇ UCP ਦੇ ਜਿਹੜੇ ਟੋਟਲ ਕੈਂਡੀਡੇਟ ਹੋ ਗਏ ਜੀ ਲੀਡਰ ਬਣਨ ਦੇ ਉਹ 10 ਵਿਅਕਤੀ ਹੋ ਗਏ ਨੇ। ਰਾਜ ਸ਼ਰਮਨ ਹੋਰੀ ਜਦੋਂ ਪਹਿਲੀ ਵਾਰੀ ਜਿੱਤੇ ਆ ਅਤੇ ਪੀਸੀ ਪਾਰਟੀ ਦੀ ਟਿਕਟ 'ਤੇ ਜਿੱਤੇ ਸੀ, ਫਿਰ ਉਹ ਬਾਅਦ ਦੇ ਵਿੱਚ ਲਿਬਰਲ ਪਾਰਟੀ ਚਲੇ ਗਏ ਸੀ ਅਤੇ ਲਿਬਰਲ ਪਾਰਟੀ ਦੇ ਲੀਡਰ ਵੀ ਰਹੇ ਆ। ਪਰ ਅਲਬਰਟਾ ਦੇ ਵਿੱਚ ਇੱਕ ਕਿਸਮ ਦੀ ਜਿਹੜੀ ਪ੍ਰੋਵਿੰਸ਼ੀਅਲ ਲੀਡਰ ਹੈ ਜੀ ਪਾਰਟੀ, ਉਹਦੇ ਨੰਬਰ ਬਹੁਤ ਥੱਲੇ ਗਏ ਹੋਏ ਨੇ ਅਤੇ ਹੁਣ ਰਾਜ ਸ਼ਰਮਨ ਹੋਰੀ ਮੁੜ ਜਿਹੜੇ ਆ ਉਹ UCP ਦੇ ਵਿੱਚ ਸ਼ਾਮਲ ਹੋ ਗਏ ਨੇ ਅਤੇ ਲੀਡਰਸ਼ਿਪ ਦੀ ਦੌੜ ਵਿੱਚ ਆ ਗਏ ਨੇ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।